ਕਿਸੇ ਨੂੰ ਬਚਾਉਣ ਦੀ ਗੱਲ ਨਹੀਂ, ਇਹ ਪੰਥ ਦੇ ਉੱਤੇ ਬੜਾ ਵੱਡਾ ਧੱਪਾ ਲੱਗਾ। ਗੁਰੂ ਘਰ ਨਾਲ ਤਾਂ ਧੋਖਾ ਹੈ ਹੀ ਹੈ, ਸੰਗਤ ਨੂੰ ਵੀ ਜਿਹੜਾ ਹੈਗਾ ਹਨੇਰੇ 'ਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਿਆਸੀ ਮੁਫਾਦ ਦੇ ਲਈ ਇਹ ਸੰਸਥਾ ਨੂੰ ਵੀ ਵਕਤ ਵਰਤਿਆ ਗਿਆ। ਸ਼੍ਰੋਮਣੀ ਕਮੇਟੀ ਵੀ ਰਲਗੱਡ ਕਰ ਰਹੀ ਆ ਤੇ ਜਿਹੜੇ ਕ੍ਰਿਟਿਕਸ ਆ ਉਹ ਵੀ ਉਹਨੂੰ ਰਲਗੱਡ ਕਰ ਰਹੇ। ਉਧਰ ਪਬਲੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਸੀ। ਮੈਂ ਮੱਕੜ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਦੂਜੇ ਫਲੋਰ ਵੀ ਚੈੱਕ ਕਰਨੇ। ਕੀ ਤੁਹਾਡੀ ਇਹ ਸਿਫਾਰਿਸ਼ਾਂ ਕਿੰਨੀਆਂ ਕੁ ਮੰਨੀਆਂ ਗਈਆਂ, ਕਿੰਨੀਆਂ ਕੁ ਨਹੀਂ? ਇਹ ਗੱਲ ਜਿਹੜੀ ਆ ਬਾਦਲ ਪਰਿਵਾਰ ਦੇ ਧਿਆਨ 'ਚ ਲਿਆਂਦੀ ਹੋਵੇ। ਟੀਵੀ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਅੱਜ ਕੱਲ੍ਹ ਅਸੀਂ ਇੱਕ ਬਹੁਤ ਹੀ ਅਹਿਮ ਮੁੱਦਾ ਤੁਹਾਡੇ ਪੇਸ਼ ਨਜ਼ਰ ਕਰ ਰਹੇ ਹਾਂ, ਜਿਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪੀੜ ਜੋ ਕਿ ਸ਼੍ਰੋਮਣੀ ਕਮੇਟੀ ਦੇ ਰਿਕਾਰਡ 'ਚੋਂ ਮਿਸਿੰਗ ਨੇ, ਉਹ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸ ਸੰਬੰਧ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ। ਸ਼੍ਰੋਮਣੀ ਕਮੇਟੀ ਗਿਣਤੀ ਕੁਝ ਹੋਰ ਦੱਸ ਰਹੀ ਹੈ। ਭਾਈ ਕਮਲਜੀਤ ਸਿੰਘ ਜੋ ਕਿ ਸਾਬਕਾ ਸੁਪਰਵਾਈਜ਼ਰ ਰਹੇ ਨੇ ਛਪਾਈ ਵਿਭਾਗ ਦੇ, ਪਬਲੀਕੇਸ਼ਨ ਵਿਭਾਗ ਦੇ, ਉਹ ਕੁਝ ਹੋਰ ਦਾਅਵੇ ਕਰ ਰਹੇ ਨੇ। ਹਾਲਾਂਕਿ ਉਹਨਾਂ ਨੇ ਇੱਕ ਜੋ ਤਾਜ਼ਾ ਇੰਟਰਵਿਊ ਟੀਵੀ ਪੰਜਾਬ ਨਾਲ ਹੋਈ ਸੀ, ਉਹਦੇ ਵਿੱਚ ਇੱਕ ਵੱਡਾ ਦਾਅਵਾ ਇਹ ਕੀਤਾ ਸੀ ਕਿ ਜਦੋਂ ਅਵਤਾਰ ਸਿੰਘ ਮੱਕੜ ਮਰਹੂਮ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਤਾਂ ਉਦੋਂ 40 ਸਰੂਪ ਕਿਸੇ ਡੇਰੇ ਵਾਸਤੇ ਦਿੱਤੇ ਗਏ ਸੀ। ਹਾਲਾਂਕਿ ਉਸ ਵਕਤ ਜੋ ਮਕਾਮੀ ਕਮੇਟੀ ਮੈਂਬਰ ਸੀ, ਸ਼੍ਰੋਮਣੀ ਕਮੇਟੀ ਮੈਂਬਰ ਸੀ ਸਰਦਾਰ ਸੁਖਦੇਵ ਸਿੰਘ ਭੌਰ, ਉਹਨਾਂ ਨੇ ਇਤਰਾਜ਼ ਕੀਤਾ ਸੀ। ਈਵਨ ਕਿ ਮਰਿਆਦਾ ਕਮੇਟੀ ਨੇ ਵੀ ਪਤਾ ਲੱਗਿਆ ਕਿ ਕਿਹਾ ਸੀ ਕਿ ਉਸ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਬਰਕਰਾਰ ਨਹੀਂ ਰੱਖੀ ਜਾ ਸਕਦੀ, ਇਸ ਕਰਕੇ ਉਹਨੇ ਰਿਕਮੈਂਡੇਸ਼ਨ ਨਹੀਂ ਕੀਤੀ ਸੀ ਕਿ ਪਾਵਨ ਸਰੂਪ ਨਾ ਦਿੱਤੇ ਜਾਣ। ਪਰ ਇਸ ਦੇ ਬਾਵਜੂਦ ਵੀ ਮੱਕੜ ਸਾਹਿਬ ਦੀ ਸਿਫਾਰਿਸ਼ ਨਾਲ ਉਹ ਸਰੂਪ ਜਾਂਦੇ ਰਹੇ ਨੇ। ਕਿ ਇਹ ਜੋ 267 ਸਰੂਪ ਹੁਣ ਮਿਸਿੰਗ ਨੇ, ਕਿ ਉਹ ਸਿਰਫ ਤੇ ਸਿਰਫ ਉਹ ਸਰੂਪ ਹੀ ਨੇ ਜੇ ਨੁਕਸਾਨੇ ਗਏ ਸੀ ਉਸ ਘਟਨਾ 'ਚ, ਜਦੋਂ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ ਜਾਂ ਕਿਸੇ ਕਾਰਨ ਅੱਗ ਲੱਗੀ ਸੀ ਜਾਂ ਪਾਣੀ ਨਾਲ ਹੋਈ ਸੀ, ਜਾਂ ਬਹੁਤ ਸਾਰੇ ਐਸੇ ਸਰੂਪ ਵੀ ਉਸ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਸਾਰੇ ਮਾਮਲਿਆਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਪੰਥਕ ਆਗੂ ਜਿਹੜੇ ਨੇ ਸੁਖਦੇਵ ਸਿੰਘ ਭੌਰ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ। ਸੁਖਦੇਵ ਸਿੰਘ ਭੌਰ ਜੀ, ਤੁਹਾਡਾ ਸਵਾਗਤ ਹੈ। ਭੌਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭੌਰ ਸਾਹਿਬ, ਪਹਿਲਾਂ ਤਾਂ ਇਹ ਤੱਥ ਪਹਿਲੇ ਹੱਲੇ ਹੀ ਸਪਸ਼ਟ ਹੋ ਜਾਏ ਕਿ ਕੀ ਇਹ ਗੱਲ ਸੱਚੀ ਹੈ ਕਿ ਜਦੋਂ ਮੱਕੜ ਸਾਹਿਬ ਪ੍ਰਧਾਨ ਸੀ ਤਾਂ ਉਦੋਂ 40 ਸਰੂਪ ਕਿਸੇ ਡੇਰੇ ਨੂੰ ਦੇਣ ਦੀ ਘਟਨਾ ਸਾਹਮਣੇ ਆਈ ਸੀ ਤੇ ਮਰਿਆਦਾ ਕਮੇਟੀ ਵੱਲੋਂ ਇਤਰਾਜ਼ ਕੀਤੇ ਜਾਣ ਦੇ ਬਾਵਜੂਦ ਵੀ ਬਿਨਾਂ ਰਿਕਾਰਡ 'ਚ ਚਾੜੇ ਸਰੂਪ ਦਿੱਤੇ ਗਏ ਸੀ? ਕੀ ਸੀ ਜੀ ਅਸਲੀਅਤ? ਤੁਹਾਡੇ ਹਲਕੇ ਨਾਲ ਸੰਬੰਧਿਤ ਮਾਮਲਾ ਸੀ? ਦੇਖੋ, ਮੈਂ ਜਦੋਂ ਦਾ ਮੈਨੂੰ 25 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣੇ ਨੂੰ, ਤੇ ਮੈਂ ਆਪਣੇ ਹਲਕੇ ਦੇ ਵਿੱਚ ਪਹਿਲੇ ਦਿਨ ਤੋਂ ਹੀ ਇਹ ਰੱਖਿਆ ਵੀ ਜਿੱਥੇ ਕਿਤੇ ਸਰੂਪ ਦੀ ਲੋੜ ਹੈ ਉਹ ਐਪਲੀਕੇਸ਼ਨ ਦਿੰਦੇ ਆ, ਜਿਹੜੀ ਲੋੜ ਹੁੰਦੀ ਹੈ। ਫਿਰ ਸਾਡੀ ਟੀਮ ਜਾ ਕੇ ਮੌਕਾ ਦੇਖ ਕੇ ਆਉਂਦੀ ਹੈ ਕਿ ਉੱਥੇ ਮਰਜ਼ਾਦਾ ਹੈ ਕਿ ਨਹੀਂ ਹੈ। ਜੇ ਮਰਜ਼ਾਦਾ ਉੱਥੇ ਠੀਕ ਚੱਲ ਰਹੀ ਹੈ ਤੇ ਫਿਰ ਸਾਡਾ ਪ੍ਰਚਾਰਕ ਮਰਜ਼ਾਦਾ ਦੀ ਰਿਪੋਰਟ ਕਰਕੇ ਵੀ ਇਹ ਠੀਕ ਮਰਜ਼ਾਦਾ ਚੱਲ ਰਹੀ, ਫਿਰ ਉਹਦੇ ਉੱਤੇ ਮੈਂ ਸਿਫਾਰਿਸ਼ ਕਰ ਦਿੰਦਾ ਵੀ ਇਹ ਸਰੂਪ ਜਿਹੜੇ ਆ ਦੇ ਦਿੱਤੇ ਜਾਣੇ ਚਾਹੀਦੇ ਆ, ਇੱਥੇ ਮਰਜ਼ਾਦਾ ਪੂਰੀ ਤਰ੍ਹਾਂ ਪਾਲਣ ਹੋਵੇ। ਇੱਕ ਐਸਾ ਹੀ ਅਸਥਾਨ ਹੈ ਸਾਡੇ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ, ਉਹ ਕਈ ਵਾਰੀ ਚਰਚਾ ਵਿੱਚ ਆਇਆ ਇਸੀ ਗੱਲ ਕਰਕੇ ਕਿਉਂਕਿ ਉੱਥੇ ਪੂਰਨ ਮਰਜ਼ਾਦਾ, ਪਰੰਤੂ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਆ, ਲੜੀਵਾਰ ਹੁੰਦੇ ਸੀ। ਪਹਿਲਾਂ ਮੈਂ ਦਖਲ ਦੇ ਕੇ ਉੱਥੇ ਉਹਨਾਂ ਨੂੰ ਕਹਿ ਕੇ ਉਹਨਾਂ ਦੇ ਕੇਬਨ ਬਣਾਤੇ ਸੀ ਵੀ ਇਕੱਲਾ ਕਰਨ। ਉਹਨਾਂ ਦੀ ਡਿਮਾਂਡ ਆਈ ਤੇ ਪ੍ਰਚਾਰਕ ਸੱਜਣ ਮੈਂ ਲਿਖ ਦਿੱਤਾ ਪ੍ਰਚਾਰਿਆ ਤੇ ਉੱਥੇ ਮਰਜ਼ਾਦਾ ਠੀਕ ਨਹੀਂ ਸੀ। ਉਹਨੇ ਕਿਹਾ ਜੀ ਮਰਜ਼ਾਦਾ ਨਹੀਂ ਨਿਭਾਈ ਜਾ ਰਹੀ, ਤੇ ਮੈਂ ਲਿਖ ਦਿੱਤਾ ਵੀ ਸਰੂਪ ਨਹੀਂ ਦਿੱਤੇ ਜਾਣੇ ਚਾਹੀਦੇ। ਪਰ ਉਹ ਬੰਦੇ ਕੁਝ ਉਹਨਾਂ ਨੇ ਕਿਸੇ ਮੈਨੂੰ ਬਾਈਪਾਸ ਕਰਕੇ ਅਧਿਕਾਰੀ ਨੂੰ ਅਪਰੋਚ ਕੀਤਾ, ਨੇ ਮੱਕੜ ਸਾਹਿਬ ਨੂੰ ਕੀਤਾ ਤੇ ਉਹਨਾਂ ਨੇ 40 ਸਰੂਪਾਂ ਦੀ ਆਗਿਆ ਕਰ। ਤੇ ਮੈਂ ਮੱਕੜ ਸਾਹਿਬ ਨਾਲ ਲੜਿਆ ਵੀ ਇਸ ਗੱਲ। ਇੱਥੇ ਹੈਗੇ ਆ ਸਾਡੇ ਰਾਜਾ ਸਾਹਿਬ ਹੈਗੇ ਆ, ਮਹਾਂਪੁਰਸ਼ ਹੋਏ ਆ, ਉਹਨਾਂ ਦਾ ਸਥਾਨ ਹੈ। ਉਹ ਫਿਰ ਉਹਨਾਂ ਦੇ ਦਿੱਤੇ, ਮੈਨੂੰ ਨਹੀਂ ਪਤਾ ਵੀ ਉਹ ਕੀਮਤਨ ਦਿੱਤੇ, ਮੈਨੂੰ ਨਹੀਂ ਪਤਾ ਵੀ ਉਹ ਉਹਨਾਂ ਨੇ ਵੈਸੇ ਹੀ ਦਿੱਤੇ ਜਾਂ ਭੇਟਾ ਲੈ ਕੇ ਦਿੱਤੇ, ਕਿਉਂਕਿ ਮੈਂ ਉਹਦੇ ਚੋਂ ਰੋਲ ਨਹੀਂ ਸੀ ਮੇਰਾ ਕੋਈ। ਸਥਾਨ ਦਾ ਨਾਮ ਕੀ ਜੀ? ਰਾਜਾ ਕੀ ਮਜ਼ਾਰ ਕੀ ਦੱਸਿਆ ਤੁਸੀਂ ਸਥਾਨ ਦਾ ਨਾਮ? ਮਜ਼ਾਰਾ ਨੌਬਾਦ ਹੈ। ਰਾਜਾ ਸਾਹਿਬ ਇੱਕ ਹੋਏ ਆ ਸੰਤ, ਉਹਨਾਂ ਦੇ ਸ਼ਰਧਾਲੂ ਉੱਥੇ ਹਰ ਸਾਲ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚਲਾਉਂਦੇ। ਮਜ਼ਾਰਾ ਨੌਬਾਦ, ਮਜ਼ਾਰਾ ਨੌਬਾਦ ਇਹ ਇੱਕ ਡੇਰਾ ਹੈ ਜਾਂ ਕਹਿ ਲਓ ਜਾਂ ਇੱਕ ਧਾਰਮਿਕ ਸਥਾਨ ਹੈ? ਗੁਰੂ ਗ੍ਰੰਥ ਸਾਹਿਬ ਨਹੀਂ, ਡੇਰਾ ਨਹੀਂ ਹੈ, ਇੱਕ ਪ੍ਰਬੰਧਕ ਕਮੇਟੀ ਉਹਦਾ ਪ੍ਰਬੰਧ ਕਰਦੀ ਹੈ। ਡੇਰਾ ਤਾਂ ਉਹ ਹੁੰਦਾ ਨਾ ਜਿੱਥੇ ਪ੍ਰਬੰਧ ਹੋਵੇ, ਪਿਓਤਾ ਜਾਵੇ, ਪੁੱਤ ਬਾਅਦ ਉਹਦਾ ਪੁੱਤ ਆ ਜਾਏ, ਉਹ ਕਮੇਟੀ ਕੰਮ ਕਰਦੀ ਹੈ। ਕੰਮ ਉਹ ਬਾਕੀ ਸਾਰੇ ਠੀਕ ਕਰਦੀ ਹੈ, ਸਮਾਜ ਭਲਾਈ ਦੇ ਕੰਮ ਵੀ ਬਹੁਤ ਕਰਦੇ ਆ।
ਤੇ ਪਰੰਤੂ ਉੱਥੇ ਮਰਜ਼ਾਦਾ ਦੀ ਕਮੀ ਹੈ ਥੋੜੀ। ਬਿਲਕੁਲ, ਮਰਿਆਦਾ ਦੀ ਕਮੀ ਸਭ ਤੋਂ ਵੱਧ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਸੇ ਵੀ ਨਿੱਜੀ ਸਥਾਨ ਨੂੰ ਦੇਣ ਵਾਸਤੇ, ਕਿਸੇ ਦੇ ਘਰ ਵਿੱਚ ਪ੍ਰਕਾਸ਼ ਕਰਨ ਵਾਸਤੇ ਜਾਂ ਕਿਸੇ ਮੈਰਿਜ ਪੈਲੇਸ ਵਿੱਚ ਆਨੰਦ ਕਾਰਜ ਕਰਨ ਵਾਸਤੇ ਇਸੇ ਕਰਕੇ ਜੋ ਪਾਬੰਦੀਆਂ ਲੱਗੀਆਂ ਸੀਗੀਆਂ ਕਿ ਮਰਿਆਦਾ ਕਾਇਮ ਰਹਿਣੀ ਬਹੁਤ ਜ਼ਰੂਰੀ ਹੈ। ਤੇ ਇਹ ਗੱਲ ਸਪਸ਼ਟ ਆ ਗਈ ਸੀ ਕਿ ਜੋ ਤੁਸੀਂ ਸਥਾਨ ਦਾ ਨਾਮ ਲੈ ਰਹੇ ਹੋ ਜ਼ਿਲ੍ਹਾ ਨਵਾਂਸ਼ਹਿਰ ਦੇ ਅੰਦਰ, ਉੱਥੇ ਮਰਿਆਦਾ ਪੂਰੀ ਤਰ੍ਹਾਂ ਨਿਭਾਈ ਨਹੀਂ ਜਾ ਰਹੀ ਸੀ, ਜਿਸ ਕਰਕੇ ਤੁਸੀਂ ਬਤੌਰ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਮੈਂਬਰ, ਸਥਾਨਕ ਮੈਂਬਰ, ਤੁਸੀਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਵਜੂਦ ਵੀ ਜੋ ਅਕਾਲੀ ਪ੍ਰਧਾਨ ਸ਼੍ਰੋਮਣੀ ਕਮੇਟੀ ਸੀ ਮਰਹੂਮ ਅਵਤਾਰ ਸਿੰਘ ਮੱਕੜ, ਉਹਨਾਂ ਨੇ 40 ਸਰੂਪ ਜਿਹੜੇ ਨੇ ਦੇਣ ਦੀ ਗੱਲ ਕਹੀ। ਕੀ ਤੁਹਾਨੂੰ ਲੱਗਦਾ, ਕਿਉਂਕਿ ਤੁਸੀਂ ਜੋ 267 ਸਰੂਪਾਂ ਦਾ ਮਾਮਲਾ ਸਾਹਮਣੇ ਆ ਰਿਹਾ ਮਿਸਿੰਗ ਹੋਣ ਦਾ, ਤੁਹਾਡੇ ਬਾਰੇ ਕਿਹਾ ਜਾ ਰਿਹਾ ਕਿ ਤੁਸੀਂ ਵੀ ਉਸ ਕਮੇਟੀ 'ਚ ਜੋ ਪਹਿਲੇ ਪੜਾਅ ਦੇ ਉੱਤੇ ਕਮੇਟੀ ਬਣੀ ਹੈ, ਤੁਸੀਂ ਵੀ ਉਸ ਬਤੌਰ ਇੱਕ ਜ਼ਿੰਮੇਵਾਰ ਮੈਂਬਰ ਸ਼ਾਮਲ ਸੋ, ਕੀ ਇਹ 267 ਸਰੂਪਾਂ ਦੇ ਵਿੱਚੋਂ 40 ਵੀ ਸ਼ਾਮਲ ਨੇ, ਜਾਂ ਇਸ ਤਰ੍ਹਾਂ ਹੋਰ ਥਾਵਾਂ ਦੇ ਉੱਤੇ ਵੀ ਸਿਫਾਰਿਸ਼ ਨਾਲ, ਲਿਹਾਜ਼ ਨਾਲ ਦਿੱਤੇ ਜਾਂਦੇ ਰਹੇ ਨੇ ਰਿਕਾਰਡ ਤੋਂ ਬਗੈਰ ਸਰੂਪ, ਮਰਿਆਦਾ ਦੀ ਪ੍ਰਵਾਹ ਕੀਤੇ ਬਗੈਰ? ਦੇਖੋ, ਇਹ ਜਿਹੜਾ ਸਾਰਾ ਹੀ ਕੇਸ ਹੈ ਨਾ, ਇਹ ਦਰਅਸਲ ਦੋ ਹਿੱਸਿਆਂ ਵਿੱਚ ਹੈ। ਇਹਨੂੰ ਰਲਗੱਡ ਕੀਤਾ ਜਾ ਰਿਹਾ, ਸ਼੍ਰੋਮਣੀ ਕਮੇਟੀ ਵੀ ਰਲਗੱਡ ਕਰ ਰਹੀ ਆ ਤੇ ਜਿਹੜੇ ਕ੍ਰਿਟਿਕਸ ਹੈ ਉਹ ਵੀ ਉਹਨੂੰ ਰਲਗੱਡ ਕਰ ਰਹੇ। ਇਹ ਦੋ ਕਿੱਸੇ ਨੇ। ਨੰਬਰ 1, ਜਿੱਥੇ ਸਰੂਪ ਛਪਦੇ ਨੇ ਗੁਰਦੁਆਰਾ ਰਾਮਸਰ ਸਾਹਿਬ, ਪਬਲੀਕੇਸ਼ਨ ਡਿਪਾਰਟਮੈਂਟ ਦੇ ਇੱਕ ਵਿੰਗ ਨੂੰ ਉਹ ਸ਼ਾਰਟ ਸਰਕਟ ਨਾਲ ਅੱਗ ਲੱਗੀ। ਉਹਦੇ ਵਿੱਚ ਕਿੰਨੇ ਸਰੂਪ ਨੁਕਸਾਨੇ ਗਏ, ਕਿੰਨੇ ਭਿੱਜ ਗਏ, ਉਹ ਅਲੱਗ ਗੱਲ। ਤੇ ਜਿਹੜੇ ਮਿਸਿੰਗ ਸਰੂਪ ਹੈ ਇਹ ਅਲੱਗ ਵਿਸ਼ਾ ਹੈ। ਇਹ ਦੋਨੋਂ ਵਿਸ਼ੇ ਅਲੱਗ-ਅਲੱਗ ਨੇ। ਜਿਹੜੀ ਇਹ 267 ਸਰੂਪਾਂ ਦੀ ਗੱਲ, ਹੁਣ ਦੇਖੋ ਕਈ ਵਾਰੀ ਗਿਣਤੀ 14 ਆ ਜਾਂਦੀ ਹੈ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਗਿਣਤੀ ਦਾ ਐਕਚੁਅਲੀ ਨਾਮ ਮੈਨੂੰ ਵੀ ਨਹੀਂ ਪਤਾ, ਕਿਉਂਕਿ ਅਕਤੂਬਰ 2015 ਦੇ ਵਿੱਚ ਜਦੋਂ ਬਰਗਾੜੀ ਕਾਂਡ ਹੋਇਆ ਤੇ ਮੈਂ ਰਿਜ਼ਾਈਨ ਕਰਤਾ ਸੀ ਅਕਾਲੀ ਦਲ ਦੇ, ਮੁੱਢਲੀ ਮੈਂਬਰਸ਼ਿਪ ਵੀ ਛੱਡਤੀ ਸੀ। ਇਹ ਘਟਨਾ ਹੈ ਮਈ 16 ਦੀ ਹੈ, ਕਿਉਂਕਿ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਉਹੀ ਐਗਜ਼ੈਕਟਿਵ ਕੰਮ ਕਰ ਰਹੀ ਸੀ ਜਿਹਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਦਾ ਸੀ। ਜਿਸ ਦਿਨ ਇਹ ਘਟਨਾ ਘਟੀ ਹੈ ਉਸ ਦਿਨ ਅੰਤਰਿਮ ਕਮੇਟੀ ਦੀ ਮੀਟਿੰਗ ਸੀ। ਇੱਕ ਦਿਨ ਪਹਿਲਾਂ ਘਟਨਾ ਘਟੀ ਹੈ ਤੇ ਉਸ ਦਿਨ ਇਹ ਮੀਟਿੰਗ ਸੀ। ਮੈਂ ਰੂਟੀਨ ਦੀ ਤਰ੍ਹਾਂ ਜਦੋਂ ਮੀਟਿੰਗ ਰੂਮ 'ਚ ਗਿਆ ਤੇ ਉੱਥੇ ਕੁਝ ਅਧਿਕਾਰੀ ਬੈਠੇ ਸੀ, ਪਰ ਮੀਟਿੰਗ ਟਾਈਮ ਸਿਰ ਸ਼ੁਰੂ ਨਹੀਂ ਸੀ ਹੋਈ। ਮੈਂ ਕਿਹਾ ਵੀ ਕੀ ਗੱਲ, ਵੀ ਕਿਉਂ ਨਹੀਂ ਸ਼ੁਰੂ ਕੀਤੀ? ਕਹਿੰਦੇ ਜੀ ਉਧਰ ਪਬਲੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਸੀ ਤੇ ਇਸ ਕਰਕੇ ਰੋਸ ਵਜੋਂ ਮੀਟਿੰਗ ਨਹੀਂ ਸ਼ੁਰੂ ਹੋ ਸਕੀ। ਮੈਂ ਕਿਹਾ ਪ੍ਰਧਾਨ ਜੀ ਕਿਤੇ ਦਫ਼ਤਰ 'ਚ ਬੈਠੇ। ਮੈਂ ਗਿਆ ਤੇ ਉੱਥੇ ਮੱਕੜ ਸਾਹਿਬ ਦੇ ਨਾਲ ਹੋਰ ਸੱਜਣ ਬੈਠੇ ਸੀ। ਮੈਂ ਕਿਹਾ ਜੀ ਮੈਂ ਤੇ ਮੀਟਿੰਗ ਰੂਮ 'ਚ ਬੈਠਾ ਸੀ, ਤੁਸੀਂ ਕੋਈ ਨੋਟਿਸ ਨਹੀਂ ਦਿੱਤਾ ਤੇ ਕੀ ਕਾਰਨ ਕੀ ਹੈ? ਕਹਿੰਦੇ ਜੀ ਇਦਾਂ ਹੋ ਗਈ। ਮੈਂ ਕਿਹਾ ਫਿਰ ਆਪਾਂ ਇੱਥੇ ਬੈਠੇ ਕੀ ਕਰਦੇ? ਆਪਾਂ ਨੂੰ ਜਾਣਾ ਚਾਹੀਦਾ, ਮੌਕੇ ਤੇ ਜਾ ਕੇ ਦੇਖੀ ਤਾਂ ਸਹੀ ਨਾ ਕੀ ਹੋਇਆ। ਅਸੀਂ ਜਦੋਂ ਗਏ ਹਾਂ ਉੱਥੇ, ਮੇਰੇ ਨਾਲ ਗਏ ਉਸ ਵੇਲੇ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਘੂਜੀਤ ਸਿੰਘ ਵਿਰਕ, ਯੂਨੀਅਨ ਵਾਈਸ ਪ੍ਰੈਜ਼ੀਡੈਂਟ ਜਿਹੜੇ ਸੀਗੇ ਸਰਦਾਰ ਕੇਵਲ ਸਿੰਘ ਬਾਦਲ, ਸਰਦਾਰ ਰਜਿੰਦਰ ਸਿੰਘ ਮਹਿਤਾ ਤੇ ਮੌਜੂਦਾ ਸਰਦਾਰ ਰੂਪ ਸਿੰਘ ਤੇ ਸਰਦਾਰ ਬਲਵਿੰਦਰ ਸਿੰਘ ਜੌੜਾ ਸਿੰਘਾ ਜਿਹੜੇ ਰਿਟਾਇਰ ਹੋਏ। ਅਸੀਂ ਸਾਰੇ ਜਣੇ ਪ੍ਰਧਾਨ ਨੂੰ ਨਾਲ ਲੈ ਕੇ ਗਏ ਤੇ ਜਦੋਂ ਅਸੀਂ ਉਹ ਮੰਜ਼ਰ ਦੇਖਿਆ, ਮੈਂ ਤਾਂ ਉਹੀ ਦੱਸ ਸਕਦਾ ਜੋ ਮੈਂ ਦੇਖਿਆ। ਉਹ ਇੱਕ ਮਤਲਬ ਪੂਰਾ ਨਹੀਂ ਸੀ ਪਬਲੀਕੇਸ਼ਨ ਡਿਪਾਰਟਮੈਂਟ ਖੜਿਆ, ਉਹ ਇੱਕ ਹਿੱਸਾ ਸੀ, ਮਤਲਬ ਬਹੁਤ ਛੋਟਾ ਹਿੱਸਾ ਕਿਹਾ ਜਾ ਸਕਦਾ ਉਹਨੂੰ। ਤੇ ਸਾਡੇ ਜਾਂਦਿਆਂ ਤੱਕ ਸਾਰਾ ਕੁਝ ਸਾਫ਼ ਹੋ ਚੁੱਕਾ ਸੀ। ਸਾਡੇ ਜਾਂਦਿਆਂ ਦੇ ਲਈ 2 ਜਾਂ 3 ਪਲੰਗ ਸੀਗੇ, ਉਹਨਾਂ ਤੇ ਇੱਕ ਦੇ ਉੱਪਰ ਜਿਹੜੇ ਅਗਨ ਭੇਟ ਹੋਏ ਸਰੂਪ ਉਹ ਰੱਖੇ ਹੋਏ ਸੀ ਤੇ ਦੂਜਿਆਂ ਦੇ ਭੇਜੇ ਹੋਏ ਰੱਖੇ। ਤੇ ਮੈਂ ਇੱਕ ਵਾਰੀ ਦੇਖ ਕੇ ਆਇਆ ਸੀ ਤੇ ਭਾਈ ਕਮਲਜੀਤ ਸਿੰਘ ਉਹਨਾਂ ਦੇ ਕਹਿਣ ਤੋਂ ਬਾਅਦ ਤੁਸੀਂ ਦੂਜੇ ਸ਼ਖਸ ਹੋ ਜਿਨ੍ਹਾਂ ਨੇ ਮੰਜ਼ਰ ਵੇਖਿਆ, ਜਿਨ੍ਹਾਂ ਨੇ ਪ੍ਰਾਈਮਾ ਫੇਸੀਆ, ਜਦੋਂ ਆਪਾਂ ਕਾਨੂੰਨੀ ਸ਼ਬਦ ਵਰਤੇ ਹੁੰਦੇ ਆ, ਇਹ ਮੁੱਢਲੇ ਤੌਰ ਤੇ ਦੇਖਿਆ, ਤਾਂ ਜਿਹੜੇ ਅਗਨ ਭੇਟ ਹੋਏ ਸੀ, ਨੁਕਸਾਨੇ ਗਏ ਸਰੂਪ ਸੀ, ਉਹਨਾਂ ਦੀ ਮੋਟੇ ਨਜ਼ਰੇ ਗਿਣਤੀ ਕਿੰਨੀ ਸੀ ਜੀ? ਮੈਂ ਨਾ ਆਪਣੇ ਨੀਲ ਜੀ, ਮੈਂ ਗਿਣਤੀ 'ਚ ਪੈਂਦਾ ਹੀ ਨਹੀਂ ਕੋਈ। ਇਹ ਕੰਟਰੋਵਰਸ਼ੀਅਲ ਆ। ਦੇਖੋ, ਗਿਣਤੀ ਦੱਸਣ ਦਾ ਜ਼ਿੰਮੇਵਾਰ ਕੌਣ ਹੈ? ਉਸ ਵੇਲੇ ਦਾ ਮੁੱਖ ਸਕੱਤਰ ਸਰਦਾਰ ਹਰਚਰਨ ਸਿੰਘ, ਉਸ ਵੇਲੇ ਦਾ ਮੀਤ ਸਕੱਤਰ ਪਬਲੀਕੇਸ਼ਨ ਜਿਹੜੇ ਮੌਕੇ ਤੇ ਪੁੱਜੇ ਉਹ ਦੱਸ ਸਕਦੇ ਨੇ। ਜਿਹੜਾ ਉੱਥੇ ਦਾ ਸਟਾਫ ਹੈ ਉਹ ਦੱਸ ਸਕਦਾ, ਕਿਉਂਕਿ ਅਸੀਂ ਤਾਂ ਬਾਅਦ ਵਿੱਚ ਗਏ ਹਾਂ, ਬਾਅਦ ਵਿੱਚ ਉੱਥੇ ਜੋ ਦੇਖਿਆ ਸੀ ਉਹੀ ਦੱਸ ਸਕਦੇ। ਅੱਛਾ, ਉਸ ਤੋਂ ਬਾਅਦ ਮੈਂ ਮੱਕੜ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਦੂਜੇ ਫਲੋਰ ਵੀ ਚੈੱਕ ਕਰਨੇ। ਅਸੀਂ ਦੂਜੇ ਫਲੋਰਾਂ ਤੇ ਵੀ ਗਏ ਤੇ ਮੈਂ ਕੁਝ ਸਵਾਲ ਉਠਾਏ। ਮੈਂ ਕਿਹਾ ਇਹ ਕੰਮ ਠੀਕ ਨਹੀਂ ਤੁਹਾਡਾ ਚੱਲ ਰਿਹਾ, ਇਹ ਹੋ ਸਕਦਾ ਵੀ ਇਹ ਤਾਂ ਬੜੀ ਵੱਡੀ ਬੇਅਦਬੀ ਤੁਸੀਂ ਕਈ ਥਾਂ ਹੋ ਰਹੀ ਹੈ। ਬਾਈਂਡਰਸ ਕੀ ਕਰ ਰਹੇ ਸੀ ਉਹ ਸਭ ਮੌਕੇ ਤੇ ਜਾ ਕੇ ਦੇਖਿਆ ਤੇ ਮੱਕੜ ਸਾਹਿਬ ਕਹਿਣ ਲੱਗੇ ਤੁਸੀਂ ਏਦਾਂ ਕਰੋ ਵੀ ਤੁਹਾਡੀ ਟੀਮ ਕਮੇਟੀ ਬਣਾ ਦਿੰਦੇ ਆ, ਤੁਸੀਂ ਸਾਨੂੰ ਦੱਸੋ ਵੀ ਇਹਦੇ 'ਚ ਕੀ ਹੋ ਸਕਦਾ। ਉਸੇ ਵੇਲੇ ਖੜੇ ਪੈਰ ਮੀਟਿੰਗ ਬਣੀ ਤੇ ਮੈਂ ਕਿਹਾ ਜਾਣਾ ਆਪਾਂ ਤਾਂ ਆ, ਭਾਵੇਂ 4 ਘੰਟੇ ਲੱਗਣ, ਸਾਰੀ ਇਨਵੈਸਟੀਗੇਸ਼ਨ ਕਰਕੇ ਰਿਪੋਰਟ ਦੇ ਕੇ ਜਾ।
ਅਸੀਂ ਉੱਥੇ ਬੈਠ ਕੇ ਸਾਰਾ ਮੌਕਾ ਦੇਖ ਕੇ ਰਿਪੋਰਟ ਕੀਤੀ। ਜੋ ਰਿਪੋਰਟ ਕੀਤੀ ਮੇਰੇ ਕੋਲ ਪਈ ਆ ਕਾਪੀ ਉਹਦੀ। ਅਸੀਂ ਸਭ ਤੋਂ ਪਹਿਲਾਂ ਇਹ ਕਿਹਾ ਸੀ ਵੀ ਇੱਥੇ ਫੌਰੀ ਤੌਰ ਤੇ ਸਮੋਕ ਸੈਂਸਰ ਤੇ ਇਲੈਕਟ੍ਰਿਕ ਵੈਂਟੀਲੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਇਮੀਡੀਏਟ, ਤਾਂ ਕਿ ਜਦੋਂ ਕਦੀ ਕੋਈ ਸ਼ਾਰਟ ਸਰਕਟ ਹੋ ਜਾਵੇ, ਕੁਛ ਹੋਵੇ, ਜਦੋਂ ਧੂੰਆਂ ਨਿਕਲੇ, ਸਾਇਰਨ ਵੱਜੇ ਤੇ ਸਿਕਿਉਰਿਟੀ ਗਾਰਡ ਜਿਹੜੇ ਆ ਉਹਨੂੰ ਕੰਟਰੋਲ ਕਰਨ। ਅੱਛਾ, ਦੂਸਰਾ ਇਹ ਅਸੀਂ ਕਿਹਾ ਸੀਗਾ ਵੀ ਉੱਥੇ ਕੁਝ ਲਿਟਰੇਚਰ ਇਦਾਂ ਸੀ ਜਿਹੜਾ ਪਾਵਨ ਸਰੂਪਾਂ ਤੋਂ ਇਲਾਵਾ ਵੀ ਉੱਥੇ ਛਪਦਾ ਸੀ। ਅਸੀਂ ਉਸੇ ਦਿਨ ਅੱਜ ਹੀ ਬੰਦ ਕਰੋ, ਇਹ ਇੱਥੇ ਨਹੀਂ ਛਪਣਾ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਇੱਥੇ ਛਪਣ ਤੇ ਉਹਨਾਂ ਦੀ ਹਿਫਾਜ਼ਤ ਹੋਰ ਢੰਗ ਨਾਲ ਹੁੰਦੀ ਆ, ਦੂਜੇ ਲਿਟਰੇਚਰ ਦੀ ਹੋਰ ਹਿਸਾਬ ਨਾਲ। ਇਸੇ ਤਰ੍ਹਾਂ ਇਹ ਵੀ ਕਿਹਾ ਸੀ ਉਹਨਾਂ ਨੂੰ ਵੀ 8-8 ਘੰਟੇ ਦੀਆਂ ਡਿਊਟੀਆਂ ਦੇ ਉੱਤੇ 3 ਸਿਕਿਉਰਿਟੀ ਗਾਰਡ ਹਰ ਵੇਲੇ ਉੱਥੇ ਰਹਿਣੇ ਚਾਹੀਦੇ। 8 ਘੰਟੇ ਲਾ ਕੇ ਇੱਕ ਚਲੇ ਜਾਏ, ਦੂਜਾ ਆ ਜਾਏ, ਦੂਜਾ ਚਲੇ ਜਾਏ, ਫਿਰ ਤੀਸਰਾ ਆ ਜਾਏ। ਇਸੇ ਤਰ੍ਹਾਂ ਅਸੀਂ 3 ਸਫਾਈ ਸੇਵਕਾਂ ਦਾ ਕਹਿ ਕੇ ਆਏ ਸੀ ਵੀ 3 ਸਫਰ ਪੱਕੇ ਰਹਿਣੇ ਚਾਹੀਦੇ। ਜ਼ਿੰਮੇਵਾਰੀ ਹੋਵੇ ਵੀ ਉਹ ਇਲੈਕਟ੍ਰੀਕਲ ਸਿਸਟਮ ਨੂੰ ਸਾਰੇ ਨੂੰ ਬੰਦ ਕਿਵੇਂ ਕਰਨਾ, ਬਾਕੀ ਸਾਰਾ ਕੁਝ ਦੇਖਣਾ ਤੇ ਬੰਦ ਕਰਨਾ, ਇਹ ਸਾਰਾ ਉਹਨਾਂ ਦੀ ਜ਼ਿੰਮੇਵਾਰੀ। ਅੱਛਾ, ਉਹਦੇ ਬਿਰਧ ਸਰੂਪਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਅਸੀਂ ਇਹ ਸਿਫਾਰਿਸ਼ ਕੀਤੀ ਸੀ ਵੀ ਬਿਰਧ ਸਰੂਪ ਉੱਥੋਂ ਬਾਹਰ ਜਾਣੇ ਚਾਹੀਦੇ ਆ, ਇਹਨਾਂ ਦਾ ਇੱਥੇ ਕੋਈ ਬਿਰਧ ਸਰੂਪ ਇੱਥੇ ਨਹੀਂ ਜਿਹੜੇ ਰਹਿਣੇ ਚਾਹੀਦੇ। ਤੇ ਅਸੀਂ ਇਹ ਵੀ ਕਿਹਾ ਸੀ ਕਿ ਜਦੋਂ ਸਰੂਪ ਮੁਕੰਮਲ ਤੌਰ ਤੇ ਤਿਆਰ ਹੋ ਜਾਂਦਾ ਨਾ, ਉਹਦੇ ਲਈ ਅਲੱਗ ਪ੍ਰਬੰਧ ਕਰੋ, ਉਹ ਇੱਥੇ ਨਾ ਰੱਖੇ ਜਾਣ। ਪਿੱਛੇ ਪਬਲਿਕੇਸ਼ਨ ਹੋ ਰਹੀ ਹੈ, ਪਿੱਛੇ ਤੁਸੀਂ ਉਹ ਸਰੂਪ ਰੱਖ ਰਹੇ ਹੋ ਜੀ। ਆਪਾਂ ਥੋੜੀ ਜਿਹੀ ਗੱਲ ਨੇੜੇ ਲਾਈਏ, ਕੀ ਤੁਹਾਡੀ ਇਹ ਸਿਫਾਰਿਸ਼ਾਂ ਕਿੰਨੀਆਂ ਕੁ ਮੰਨੀਆਂ ਗਈਆਂ, ਕਿੰਨੀਆਂ ਕੁ ਨਹੀਂ? ਇਹਦੇ ਨਾਲ ਹੀ ਸਵਾਲ ਹੈ ਕਿ ਤੁਸੀਂ 2 ਹਿੱਸਿਆਂ 'ਚ ਵੰਡਿਆ ਮਾਮਲੇ ਨੂੰ, ਇੱਕ ਅੱਗ ਲੱਗਣ ਦੀ ਘਟਨਾ ਕਾਰਨ ਨੁਕਸਾਨੇ ਗਏ ਪਾਵਨ ਸਰੂਪ ਤੇ ਦੂਜਾ ਗੁੰਮ ਹੋਏ ਮਿਸਿੰਗ ਸਰੂਪ। ਚਲੋ ਇਹ ਗੱਲ ਹੋਈ ਅੱਗ ਲੱਗਣ ਦੀ ਘਟਨਾ ਕਾਰਨ ਨੁਕਸਾਨੇ ਗਏ ਸਰੂਪਾਂ ਦੀ। ਜਿਹੜਾ ਦੂਜਾ ਪਾਸਾ ਹੈ ਮਿਸਿੰਗ ਸਰੂਪ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਤੇ 2 ਸਵਾਲ ਨੇ ਮੇਰੇ ਖਿਆਲ, ਦੋਵੇਂ ਸਵਾਲ ਤੁਹਾਨੂੰ ਸਪਸ਼ਟ ਹੋਣਗੇ ਕਿ ਤੁਹਾਡੀਆਂ ਸਿਫਾਰਿਸ਼ਾਂ ਮੰਨੀਆਂ ਕਿੰਨੀਆਂ ਕੁ ਗਈਆਂ। ਦੂਜੀ ਗੱਲ, ਮੈਂ ਤੁਹਾਡੀ ਗੱਲ ਨੂੰ ਹੋਰ ਖੋਲ ਕੇ ਦੱਸਾਂ। ਦੇਖੋ, 2-3 ਗੱਲਾਂ ਹੁੰਦੀਆਂ ਜਦੋਂ ਐਸੀ ਘਟਨਾ ਘਟਦੀ ਹੈ ਨਾ, ਜਦੋਂ ਸਤਿਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਜਾਣੀ, ਅਗਨੀ ਕਾਂਡ ਹੋ ਜਾਣਾ ਜਾਂ ਕੋਈ ਹੋਰ ਹੋ ਜਾਣਾ, ਉਸ ਵੇਲੇ ਸਭ ਤੋਂ ਪਹਿਲਾਂ ਜ਼ਿੰਮੇਵਾਰ ਅਧਿਕਾਰੀ ਜਿਹੜੇ ਉੱਥੇ ਮੌਕੇ ਤੇ ਪੁੱਜੇ। ਔਰ ਇਹ ਜਿਹੜਾ ਇਹ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਦੇ ਨਾਲ, ਮੈਂ ਇਹ ਸਮਝਦਾ, ਮੈਨੂੰ ਪਤਾ ਨਹੀਂ, ਮੇਰੀ ਜਾਣਕਾਰੀ ਅਜੇ ਤੱਕ ਮੈਨੂੰ ਮਿਲਿਆ ਨਹੀਂ ਕੋਈ। ਮੈਂ ਕੋਸ਼ਿਸ਼ ਕੀਤੀ ਵੀ ਕੀ ਅਕਾਲ ਤਖਤ ਸਾਹਿਬ ਉੱਥੇ ਮੌਕੇ ਤੇ ਪਹੁੰਚੇ, ਕੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਉੱਥੇ ਮੌਕੇ ਤੇ ਪਹੁੰਚੇ, ਕੀ ਹੋਰ ਕੋਈ ਜਥੇਦਾਰ ਉੱਥੇ ਮੌਕੇ ਤੇ ਪਹੁੰਚਿਆ? ਮੈਨੂੰ ਅਜੇ ਤੱਕ ਇਹਦੀ ਕੋਈ ਐਵੀਡੈਂਸ ਨਹੀਂ। ਅੱਛਾ, ਫਿਰ ਜਿਹੜੇ ਪ੍ਰਬੰਧਕੀ ਸੱਜਣ ਨੇ, ਪ੍ਰਬੰਧਕੀ ਸੱਜਣਾਂ ਦੇ ਵਿੱਚੋਂ ਮੁੱਖ ਸਕੱਤਰ ਸੀ ਉਸ ਵੇਲੇ ਸਰਦਾਰ ਹਰਚਰਨ ਸਿੰਘ ਤੇ ਉਸ ਵੇਲੇ ਮੀਤ ਸਕੱਤਰ ਸੀਗਾ ਸਰਦਾਰ ਸਕੱਤਰ ਸਿੰਘ। ਇਹ ਤੇ ਛੋਟਾ ਮੁਲਾਜ਼ਮ ਹੈ ਜਿਹੜਾ ਕਮਲਜੀਤ ਹੈ, ਇਹ ਨਾਲ ਇਹਨਾਂ ਦੇ ਹੋਰ 2-4 ਜਿਹੜੇ ਨੇ। ਇਹ ਰਿਸਪੌਂਸਿਬਿਲਿਟੀ ਉਹਨਾਂ ਦੀ ਹੈ। ਉਹਨਾਂ ਨੇ ਇਹਨੂੰ ਕਿਵੇਂ ਹੈਂਡਲ ਕੀਤਾ, ਕਿੰਨੇ ਸਰੂਪ ਗੋਇੰਦਵਾਲ ਸਾਹਿਬ ਭੇਜੇ, ਕਿੰਨਿਆਂ ਦੀ ਸੇਵਾ ਸੰਭਾਲ ਕੀਤੀ, ਇਹ ਉਹ ਦੱਸ ਸਕਦੇ ਨੇ। ਕਿਤੇ ਇੱਥੇ ਦੁਨੀਆ 'ਚ ਹੀ ਨੇ, ਇੱਕ ਮੱਕੜ ਸਾਹਿਬ ਹੀ ਤੁਰੇ, ਉਹ ਸਾਰੇ ਜਿਉਂਦੇ ਜਾਗਦੇ ਨੇ। ਇਹ ਗੱਲ ਤਾਂ ਉਹ ਦੱਸ ਸਕਦੇ ਨੇ ਵੀ ਕਿੰਨੇ ਸਰੂਪ ਉਸ ਵੇਲੇ ਅਗਨ ਭੇਜੀ ਤੇ ਕਿੰਨਿਆਂ ਨੂੰ ਕਿਵੇਂ। ਅੱਛਾ, ਹੁਣ ਆ ਜਾਓ ਦੂਜਾ ਪੋਰਸ਼ਨ ਵੀ ਇਹ ਜਿਹੜਾ ਹੁਣ ਸਰੂਪ ਨਹੀਂ ਮਿਲ ਰਹੇ, ਕਈ ਸਰੂਪ ਜਿਹੜੇ ਐਸੇ ਨੇ। ਮੈਂ ਉਸ ਵੇਲੇ ਸੈਕਟਰੀ ਸੀ SGPC ਦਾ, ਤੇ ਮੈਂ ਆਸਟ੍ਰੇਲੀਆ ਤੋਂ ਆਪਣੇ ਬੱਚਿਆਂ ਨੂੰ ਮਿਲ ਕੇ ਆਇਆ ਸੀ। ਉੱਥੇ ਕੁਝ ਬੰਦੇ ਮੈਨੂੰ ਬੱਚੇ ਮਿਲੇ ਤੇ ਬਰਗਾੜੀ ਦੀਆਂ ਘਟਨਾਵਾਂ ਤੋਂ ਵੀ ਬੜੇ ਪੀੜਤ ਸੀ। ਉਹਨਾਂ ਨੇ ਮੈਨੂੰ ਇੱਕ ਸੁਝਾਅ ਦਿੱਤਾ ਵੀ ਜਿਹੜੇ ਪਾਵਨ ਸਰੂਪ ਛਪਦੇ ਨੇ ਉੱਥੇ ਇੱਕ ਸੀਕ੍ਰੇਟ ਨੰਬਰ ਲੱਗ ਜਾਂਦਾ। ਤੁਸੀਂ ਉਹ ਨੰਬਰ, ਸਿਕਿਉਰਿਟੀ ਨੰਬਰ ਜਿਵੇਂ ਹੁੰਦੇ ਨਾ, ਸਿਕਿਉਰਿਟੀ ਪਲੇਟ ਤੋਂ ਨੰਬਰ ਲਾਉਣਾ ਸ਼ੁਰੂ ਕਰੋ। ਉਹ ਮੈਂ ਅੰਤਰਿਮ ਕਮੇਟੀ ਕੋਲੋਂ ਪਾਸ ਕਰਾ ਲਿਆ ਸੀ, ਔਰ ਮੇਰਾ ਖਿਆਲ ਉਹ ਨੰਬਰ ਲੱਗ ਰਿਹਾ, ਹੁਣ ਵੀ ਲੱਗ ਰਿਹਾ। ਤੇ ਜੇ ਉਹਨਾਂ ਸਰੂਪਾਂ ਦੀ, ਕਿਉਂਕਿ 2-3 ਹਿੱਸੇ ਹੁੰਦੇ ਆ, ਛਪਣ ਤੋਂ ਬਾਅਦ ਜਦੋਂ ਸਤਿਗੁਰੂ ਸਾਹਿਬ ਦਾ ਸਰੂਪ ਕੰਪਾਈਲ ਹੋ ਜਾਂਦਾ ਨਾ, ਫਿਰ ਉਹ ਗਿਣਤੀ ਵਿੱਚ ਆ ਜਾਂਦਾ। ਉਹਦੇ ਪੈਸੇ ਨੂੰ ਵੀ ਦੇਣੇ ਹੁੰਦੇ ਆ, ਪ੍ਰਿੰਟਰਸ ਨੂੰ ਵੀ ਦੇਣੇ ਹੁੰਦੇ ਆ, ਬਾਕੀਆਂ ਨੂੰ ਵੀ ਦੇਣੇ ਹੁੰਦੇ ਆ, ਕਿਉਂਕਿ ਬਹੁਤਾ ਕੰਮ ਠੇਕੇ ਤੇ ਹੁੰਦਾ। ਕੁਝ ਬੰਦੇ ਠੇਕੇ ਤੇ ਕੰਮ ਕਰਦੇ ਆ, ਬਾਈਂਡਰਸ ਵਗੈਰਾ, ਤੇ ਉਹ ਸਾਰੀਆਂ ਪੇਮੈਂਟਸ ਹੁੰਦੀਆਂ। ਉਹ ਪੇਮੈਂਟਸ ਕਿੰਨੇ ਸਰੂਪਾਂ ਦੀਆਂ ਕਦੋਂ ਦਿੱਤੀਆਂ ਗਈਆਂ, ਕਿਹਨੂੰ ਦਿੱਤੀਆਂ ਗਈਆਂ, ਉਹ ਸਾਰਾ ਰਿਕਾਰਡ ਹੁੰਦਾ। ਤੇ ਇਹ ਜਿਹੜੇ ਸਰੂਪ ਜਾਂਦੇ ਨੇ, ਇਹ ਵੈਸੇ ਤਾਂ ਜਾਂਦੇ ਆ ਮੈਂਬਰ ਦੀ ਸਿਫਾਰਿਸ਼ ਤੋਂ, ਕਿਉਂਕਿ ਇੱਕ ਦਰਖਾਸਤ ਲਈ ਜਾਂਦੀ ਆ, ਉਹ ਰਿਕਾਰਡ 'ਚ ਲੱਗਦੀ ਆ ਤੇ ਉਹ ਹੋ ਜਾਂਦੀ। ਪਰ ਇਹ ਵੀ ਕਈ ਵਾਰੀ ਸੁਣਨ 'ਚ ਮਿਲਦਾ ਰਿਹਾ
ਕਈ ਵਾਰੀ ਇਹ ਸੁਣਨ ਚ ਮਿਲਦਾ ਰਿਹਾ ਵੀ ਫਲਾਣੇ ਬਾਬਾ ਜੀ ਨੂੰ 40 ਸਰੂਪ ਚਾਹੀਦੇ ਆ, 50 ਚਾਹੀਦੇ ਆ, ਤੇ ਫਲਾਣੇ ਲੀਡਰ ਦਾ ਆ ਗਿਆ, ਤੁਸੀਂ ਦੇ ਦਿਓ, ਅਸੀਂ ਬਾਅਦ ਵਿੱਚ ਇਹਨੂੰ ਜਮ੍ਹਾਂ ਖਰਚ ਕਰ ਦਿੰਦੇ। ਜਾਂ ਕਿਤੇ ਇਦਾਂ ਹੁੰਦਾ ਹੈ ਵੀ ਜਿਹੜੇ ਬਾਹਰ ਮਿਸ਼ਨ ਸਥਾਪਿਤ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਤੋਂ ਬਾਹਰ, ਉੱਥੇ ਕੋਈ ਸੰਥਿਆ ਦੀ ਲੋੜ ਹੈ, ਕੋਈ ਹੋਰ ਲੋੜ ਹੈ, ਉੱਥੇ ਸਰੂਪ ਚਲੇ ਜਾਂਦੇ ਆ। ਉਹਦਾ ਵੀ ਇਹ ਕਈ ਵਾਰੀ ਸਾਡੇ ਸੈਕਟਰੀ ਸਾਹਿਬਾਨ ਕਹਿ ਦਿੰਦੇ ਆ ਜੀ ਵੀ ਬਾਅਦ ਵਿੱਚ ਜਮ੍ਹਾਂ ਖਰਚ ਕਰਨਾ। ਜਾਂ ਤਾਂ ਮੈਨੂੰ ਲੱਗਦਾ ਵੀ ਕੋਈ ਐਸੀ ਮਿਸਟੇਕ ਹੈ ਵੀ ਉਹ ਦਰਜ ਨਹੀਂ ਹੋਏ, ਜਮ੍ਹਾਂ ਖਰਚ ਨਹੀਂ ਹੋਏ। ਅੱਛਾ, ਮੈਂ ਤੁਹਾਡੇ ਨਾਲ ਉਹਦੀ ਇੰਟਰਵਿਊ ਸੁਣੀ ਆ ਕਮਲਜੀਤ ਸਿੰਘ ਦੀ। ਮੈਨੂੰ ਜੋ ਕੁਝ ਉਹਨੇ ਦੱਸਿਆ, ਜੋ ਮੈਂ ਸੁਣਿਆ ਉਹਦੇ ਕੋਲ, ਉਹਦੇ ਮੂੰਹੋਂ, ਉਹਨੇ ਕੁਝ ਜ਼ਿਕਰ ਕੀਤਾ, ਮੇਰੇ ਸੀਨੀਅਰ ਅਫਸਰ ਸੀ, ਮੈਨੂੰ ਆਹ ਕਹਿੰਦੇ ਸੀ, ਮੈਨੂੰ ਉਹ ਕਹਿੰਦੇ ਸੀ, ਤੇ ਫਿਰ ਹੁਣ ਕੀ ਖੱਟਾ ਡੀਕਦਾ, ਉਹਨੂੰ ਨਾਂ ਦੱਸਣੇ ਚਾਹੀਦੇ ਵੀ ਕਿਹੜਾ ਕਿਹੜਾ ਉਹਨੂੰ ਕਹਿੰਦਾ ਸੀ। ਉਹਨੂੰ ਕੱਲੇ ਕੱਲੇ ਦਾ ਨਾਂ ਦੱਸਣਾ ਚਾਹੀਦਾ ਵੀ ਕਿਹੜਾ ਬੰਦਾ ਉਹਨੂੰ ਫੋਰਸ ਕਰਦਾ ਸੀ, ਕਿਹੜਾ ਬੰਦਾ ਉਹਨੂੰ ਇਹ ਕਹਿ ਰਿਹਾ ਸੀ ਵੀ ਤੂੰ ਪੈਸੇ ਜਮ੍ਹਾਂ ਕਰਾ ਦੇ ਤੇ ਤੈਨੂੰ ਬਾਅਦ ਵਿੱਚ ਅਸੀਂ ਪੈਸੇ ਦੇ ਦਿਆਂਗੇ 2 ਨੰਬਰ ਵਿੱਚ। ਉਹਦਾ ਵੀ ਜ਼ਿਕਰ ਕਰਨਾ ਚਾਹੀਦਾ। ਔਰ ਕਮਲਜੀਤ ਸਿੰਘ ਨੂੰ ਹੀ ਪਤਾ ਇਸ ਗੱਲ ਦਾ ਵੀ ਕਿੰਨੀਆਂ ਗੱਡੀਆਂ ਗੋਇੰਦਵਾਲ ਸਾਹਿਬ ਗਈਆਂ ਸੀ ਔਰ ਕਿਹੜਾ ਅਧਿਕਾਰੀ ਲੈ ਕੇ ਗਿਆ ਸੀ। ਤੇ ਉਹਨੂੰ ਹੁਣ ਮੇਰਾ ਖਿਆਲ ਛੋਟੀ ਗੱਲ ਨਹੀਂ ਹੈ। ਮੈਂ ਉਹਦੀ ਸਮਰਪਿਤ ਭਾਵਨਾ ਦੇਖੀ, ਉਹਦੀਆਂ ਅੱਖਾਂ 'ਚ ਅਥਰੂ ਡਿੱਗਦੇ ਦੇਖੇ ਤੁਹਾਡੇ ਨਾਲ ਇੰਟਰਵਿਊ ਕਰਦੇ ਨੇ। ਤੇ ਮੈਨੂੰ ਲੱਗਦਾ ਵੀ ਇਹ ਹੁਣ ਕਿਸੇ ਨੂੰ ਬਚਾਉਣ ਦੀ ਗੱਲ ਨਹੀਂ, ਇਹ ਪੰਥ ਦੇ ਉੱਤੇ ਬੜਾ ਵੱਡਾ ਧੱਬਾ ਲੱਗਾ, ਪੰਥਕ ਸੰਸਥਾ ਦੇ ਉੱਤੇ ਬੜਾ ਵੱਡਾ ਧੱਬਾ ਲੱਗਾ। ਜੇ ਉਹ ਸੱਚੀ ਮੁੱਚੀ ਧੋਣਾ ਚਾਹੁੰਦਾ ਹੈ, ਸਾਰਾ ਕੁਝ ਦਵੇ ਫਲਾਣੇ ਅਫਸਰ ਨੇ ਮੈਨੂੰ ਆਹ ਗੱਲ ਕਹੀ ਸੀ, ਫਲਾਣੇ ਨੂੰ ਆਹ ਗੱਲ ਕਹੀ ਸੀ, ਕਿਉਂਕਿ ਉਹਦਾ ਰਿਟਾਇਰ ਹੋਣ ਹੋਇਆ। ਅੰਦਰਲੀ ਜਿਹੜੀ ਐਡਮਿਨਿਸਟ੍ਰੇਟਿਵ ਸਾਰਾ ਕੁਝ ਹੈ ਉਹਨਾਂ ਨੂੰ ਪਤਾ। ਸਾਡੇ ਕੋਲ ਤਾਂ ਜੋ ਸਾਨੂੰ ਦਿਖਾਲ ਦਿੱਤਾ ਅਸੀਂ ਦੇਖ ਲਿਆ। ਔਰ ਸਰ, ਮੈਂ ਜਾਂਦੇ ਜਾਂਦੇ ਇੱਕ ਸਵਾਲ ਤੁਹਾਨੂੰ ਕਰਨਾ ਚਾਹਾਂਗਾ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰੇ ਕੁਝ ਸਿਆਸਤ ਹੋਈ ਹੈ, ਉਹ ਗੱਲ ਨੂੰ ਲੁਕਾਉਣ ਵਾਸਤੇ, ਜਾਂ ਮਿਸਿੰਗ ਸਰੂਪਾਂ ਨੂੰ ਵੀ ਰਲਗੱਡ ਕਰਨ ਦੀ? ਜਿਵੇਂ ਤੁਸੀਂ ਗੱਲ ਬੜੀ ਪਹਿਲੀ ਵਾਰ ਸ਼ਾਇਦ ਤੁਸੀਂ ਇੱਕ ਐਸੇ ਸ਼ਖਸ ਹੋ ਜਿਹਨੇ ਇਹ ਗੱਲ ਜ਼ਿੰਮੇਵਾਰੀ ਨਾਲ ਕਹੀ ਹੈ ਕਿ 2 ਵੱਖਰੇ ਵੱਖਰੇ ਮੈਟਰ ਨੇ ਜਿਨ੍ਹਾਂ ਨੂੰ ਰਲਗੱਡ ਕਰਨ ਦੀ ਕੋਸ਼ਿਸ਼ ਕਰਕੇ ਹੋਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਥ ਨੂੰ ਵੀ ਗੁਰੂ ਘਰ ਨਾਲ ਤਾਂ ਧੋਖਾ ਹੈ ਹੀ ਹੈ, ਸੰਗਤ ਨੂੰ ਵੀ ਜਿਹੜਾ ਹੈਗਾ ਹਨੇਰੇ 'ਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਇਸ ਦਾ ਸਬੰਧ ਜਿਹੜਾ ਹੈਗਾ ਕਿਸੇ ਸਿਆਸੀ ਸਾਜ਼ਿਸ਼ ਨਾਲ ਵੀ ਜੁੜਦਾ ਹੈ, ਜਾਂ ਕਿਸੇ ਸਿਆਸੀ ਬਦਨਾਮੀ ਤੋਂ, ਡੈਮੇਜ ਤੋਂ ਬਚਣ ਦੀ ਉਸ ਕਵਾਇਦ ਨਾਲ ਵੀ ਜੁੜਦਾ ਹੈ? ਜਾਂਦੇ ਜਾਂਦੇ ਇਸ ਸਵਾਲ ਦਾ ਜਵਾਬ ਜ਼ਰੂਰ ਤੁਸੀਂ ਦਿੰਦੇ ਜਾਓ, ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਅਭਿੱਜ ਅਸੀਂ ਕਦੇ ਵੀ ਨਹੀਂ ਮੰਨ ਸਕਦੇ। ਦੇਖੋ ਨੀਲ ਜੀ, ਗੱਲ ਇਸ ਤਰ੍ਹਾਂ ਹੈਗੀ ਆ ਵੀ ਇਹ ਤਾਂ ਹੁਣ ਕੋਈ ਗੱਲ ਲੁਕਮੀ ਛਿਪਮੀ ਹੈ ਨਹੀਂ ਵੀ ਸਿਆਸੀ ਦਖਲ ਤੇ ਉੱਥੇ ਹੈਗਾ, ਤੇ ਸਿਆਸੀ ਮੁਫਾਦ ਦੇ ਲਈ ਇਸ ਸੰਸਥਾ ਨੂੰ ਵੀ ਵਕਤ ਵਰਤਿਆ ਗਿਆ। ਬੇਸ਼ੱਕ ਉਹ ਸੌਦਾ ਸਾਧ ਨੂੰ ਮਾਫੀ ਦੇਣ ਦਾ ਮਸਲਾ ਹੋਵੇ ਜਾਂ ਹੋਰ ਵੀ ਰੋਜ਼ ਆਪਾਂ ਗੱਲਾਂ ਦੇਖਦੇ ਹਾਂ ਕਿ ਉਹਦੇ ਵਿੱਚ ਵਰਤਿਆ ਵੀ ਗਿਆ। ਹੋ ਸਕਦਾ ਕਿ ਉਸ ਵੇਲੇ ਦੇ ਪ੍ਰਧਾਨ ਤੇ ਉਸ ਵੇਲੇ ਦੇ ਮੁੱਖ ਸਕੱਤਰ ਨੇ ਇਹ ਗੱਲ ਜਿਹੜੀ ਆ ਬਾਦਲ ਪਰਿਵਾਰ ਦੇ ਧਿਆਨ 'ਚ ਲਿਆਂਦੀ ਹੋਵੇ ਤੇ ਹੋਵੇ, ਜਾਂ ਕੋਈ ਨਾ ਕਿਹਾ ਹੋਵੇ ਤਾਂ ਉਹੀ ਦੱਸ ਸਕਦੇ। ਪਰ ਇਹ ਸੰਭਾਵਨਾ ਵੀ ਹੈ ਜਿਹਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ, ਇਹ ਸੁਭਾਵਿਕ ਵੀ ਹੈ ਕਿਉਂਕਿ ਹੋ ਕੇ 88-16 ਦੀ ਇਹ ਘਟਨਾ, 17 ਨੂੰ ਇਲੈਕਸ਼ਨ ਸੀ ਤੇ ਉਹ ਦੁਬਾਰਾ ਏਡੀ ਵੱਡਾ ਜੋਖਮ ਨਹੀਂ ਸੀ ਸਹਾਰ ਸਕਦੇ। ਇਹ ਦੱਸ ਹੋ ਹੀ ਸਕਦੇ ਨੇ ਜਿਨ੍ਹਾਂ ਨੂੰ ਕਿਹਾ, ਕਿਉਂਕਿ ਉਹ ਅੱਜ ਸੇਵਾ ਮੁਕਤ ਵੀ ਹੋਏ ਨੇ। ਆਪਣੇ ਸਰਦਾਰ ਹਰਚਰਨ ਸਿੰਘ ਚੰਡੀਗੜ੍ਹ ਹੀ ਰਹਿੰਦੇ ਨੇ, ਤੇ ਉਹਨਾਂ ਨੂੰ ਇਹ ਵੀ ਉਹਨਾਂ ਨੂੰ ਉਸ ਵੇਲੇ ਕਿਹੜੇ ਅਧਿਕਾਰੀ ਨੇ ਜਾਂ ਕਿਹੜੇ ਲੀਡਰ ਨੇ ਕਿਹਾ ਸੀ ਵੀ ਤੁਸੀਂ ਇਸ ਗੱਲ ਨੂੰ ਇਦਾਂ ਕਰੋ, ਜਾਂ ਉਸ ਵਕਤ ਜਿਹੜੇ ਤਖਤਾਂ ਦੇ ਜਥੇਦਾਰ ਸੀ ਉਹ ਦੱਸ ਸਕਦੇ ਨੇ ਵੀ ਉਹਨਾਂ ਨੇ ਇਸ ਗੱਲ ਦਾ ਨੋਟਿਸ ਕਿਉਂ ਨਹੀਂ ਲਿਆ, ਉੱਥੇ ਇਸ ਘਟਨਾਕ੍ਰਮ ਦੇ ਉੱਤੇ ਉਹ ਅਫਸੋਸ ਪ੍ਰਗਟ ਕਰਨ ਕਿਉਂ ਨਹੀਂ ਗਏ, ਕਿਉਂ ਪਛਤਾਪ ਦਾ ਪਾਠ ਨਹੀਂ ਹੋਇਆ, ਕਿਉਂ ਉਹਨਾਂ ਨੇ ਜਾ ਕੇ ਉੱਥੇ ਮੌਕਾ ਦੇਖਣ ਦੀ ਜ਼ਹਿਮਤ ਵੀ ਨਹੀਂ ਹਰਿਮੰਦਰ ਸਾਹਿਬ ਦੇ ਕਿਸੇ ਸਿੰਘ ਸਾਹਿਬ ਨੇ ਨਹੀਂ ਉਠਾਈ। ਇਹ ਉਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ, ਕੌਮ ਦੇ ਸਾਹਮਣੇ ਸੱਚ ਪੇਸ਼ ਕਰਨਾ ਚਾਹੀਦਾ। ਇਹ ਸੀਗੇ ਸੁਖਦੇਵ ਸਿੰਘ ਭੌਰ, ਸਾਬਕਾ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੀਨੀਅਰ ਪੰਥਕ ਆਗੂ ਨੇ। ਭੌਰ ਸਾਹਿਬ ਅੱਜ ਕੱਲ੍ਹ ਪੰਥਕ ਸਿਆਸਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜੋ 2022 ਦੀ ਇਲੈਕਸ਼ਨ ਨੂੰ ਲੈ ਕੇ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਮੰਗ ਨੂੰ ਲੈ ਕੇ ਜੋ ਵੀ ਤਾਕਤਾਂ ਜਾਂ ਜੋ ਵੀ ਧਿਰਾਂ ਇਸ ਵਕਤ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ, ਉਸ 'ਚ ਸਿਰਕੱਢ ਆਗੂ ਵਜੋਂ ਸੁਖਦੇਵ ਸਿੰਘ ਭੌਰ ਵਿਚਰ ਰਹੇ ਨੇ ਤੇ ਲੰਬਾ ਸਮਾਂ ਇਹਨਾਂ ਕੋਲ ਤਜਰਬਾ ਹੈ ਸ਼੍ਰੋਮਣੀ ਕਮੇਟੀ ਦੇ ਅੰਦਰ ਬਾਹਰ ਰਹਿਣ ਦਾ। ਸੋ ਇਹਨਾਂ ਨੇ ਇੱਕ ਗੱਲ ਜੋ ਬੜੀ ਦਾਅਵੇ ਨਾਲ ਇੱਕ ਗਵਾਹ ਦੇ ਤੌਰ ਦੇ ਉੱਤੇ, ਮੌਕੇ ਦੇ ਗਵਾਹ ਦੇ ਤੌਰ ਦੇ ਉੱਤੇ ਕਹੀ ਆ, 2 ਗੱਲਾਂ ਕਹੀਆਂ ਨੇ। ਪਹਿਲੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਨੇ ਸਿਫਾਰਸ਼ਾਂ ਨਾਲ ਮਰਿਆਦਾ ਦੀ ਪਰਵਾਹ ਕੀਤੇ ਬਗੈਰ ਤਤਕਾਲੀ ਪ੍ਰਧਾਨਾਂ ਵੱਲੋਂ ਜਿਹੜੇ ਨੇ ਵੱਡੀ ਗਿਣਤੀ 'ਚ ਦਿੱਤੇ ਜਾਂਦੇ ਰਹੇ ਨੇ, ਭਾਵੇਂ ਕਿ
ਸਥਾਨਕ ਕਮੇਟੀ ਮੈਂਬਰ ਵੱਲੋਂ ਵੀ ਇਤਰਾਜ਼ ਕੀਤਾ ਗਿਆ, ਜਿਵੇਂ ਕਿ ਭੌਰ ਸਾਹਿਬ ਨੇ ਕੀਤਾ। ਦੂਜਾ, ਇਹਨਾਂ ਨੇ ਦੱਸਿਆ ਕਿ ਜਦੋਂ ਘਟਨਾ ਵਾਪਰੀ ਸੀ ਤਾਂ ਉਦੋਂ ਇਹ ਮੌਕੇ ਤੇ ਗਏ ਸੀ ਤਾਂ ਮੌਕੇ ਦੇ ਉੱਤੇ ਸਥਿਤੀ ਕੀ ਸੀ, ਤੇ ਨਾਲ ਹੀ ਕਿਹਾ ਹੈ ਕਿ ਇਸ ਵਾਸਤੇ ਕਮਲਜੀਤ ਸਿੰਘ ਤੋਂ ਲੈ ਕੇ, ਜੋ ਕਿ ਸਾਬਕਾ ਸੁਪਰਵਾਈਜ਼ਰ ਹੈ, ਸਹਾਇਕ ਸੁਪਰਵਾਈਜ਼ਰ ਹੈ, ਉਹ ਜੇਕਰ ਆਪਣੇ ਬਿਆਨ ਦੇਣੇ ਨੇ, ਆਪਣੀ ਗੱਲ ਖੁੱਲ ਕੇ ਕਹਿਣੀ ਹੈ, ਤਾਂ ਉਹ ਗੁਰੂ ਦੇ ਪ੍ਰਤੀ ਸ਼ਰਧਾ ਰੱਖਦੇ ਹੋਏ, ਗੁਰੂ ਦਾ ਓਟ ਆਸਰਾ ਲੈਂਦੇ ਹੋਏ ਹਰ ਗੱਲ ਜਿਹੜੀ ਹੈਗੀ ਹੈ ਉਹ ਪਬਲਿਕ ਡੋਮੇਨ 'ਚ ਲੈ ਕੇ ਆਵੇ, ਤਾਂ ਜੋ ਉਸ ਦੇ ਆਧਾਰ ਤੇ ਹੀ ਅਗਲੀ ਜਾਂਚ ਸਿਰੇ ਚੜੇ। ਬਹੁਤ ਸ਼ੁਕਰੀਆ ਭੌਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।